ਦੋਸਤੋ ਅੱਜ ਗੱਲ ਕਰਨੇ ਆ। ਤੁਹਾਨੂੰ ਪਤਾ ਤੇ ਲੱਗਾ ਹੀ ਹੋਣਾ, ਕਾਫੀ ਦਿਨ ਪਹਿਲਾਂ ਨਾ ਸ਼ਾਮ ਦੇ ਸ਼ਹਿਰ ਦਮਸ਼ਕ ਦੇ ਵਿੱਚ ਨਾ ਈਰਾਨ ਦਾ ਉਥੇ ਸਫਾਰਤਖਾਨਾ ਹੈ, ਜਿਹਦੇ ਉੱਤੇ ਨਾ ਇਸਰਾਈਲ ਨੇ ਬੰਬਾਰੀ ਕਰਕੇ ਤੇ ਉਹਨੂੰ ਮੁਕੰਮਲ ਤਬਾਹ ਕਰ ਦਿੱਤਾ, ਜਿਹਦੇ ਵਿੱਚ ਇੱਕ ਉਹਨਾਂ ਦਾ ਕਮਾਂਡਰ ਤਕਰੀਬਨ 5-6 ਹੋਰ ਵੀ ਉਹਨਾਂ ਦੇ ਈਰਾਨੀਆਂ ਦੇ ਬੰਦੇ ਮਰ ਗਏ। ਗੱਲ ਕਰਨ ਦਾ ਮਕਸਦ ਇਹ ਵੇ ਕਿ ईरान की मुल्क एक है, उत्थे एक पानी की बोतल खरीदो ना तो ਉਹਦੇ ਲਈ ਵੀ ਤੁਹਾਨੂੰ ਇੰਨੇ ਪੈਸੇ ਚਾਹੀਦੇ ਨੇ। ਮਸਲਨ ਉੱਥੋਂ ਦਾ ਪਾਕਿਸਤਾਨ ਦਾ 1 ਰੁਪਈਆ ਹੈ ਤੇ ਉੱਥੋਂ ਦਾ 2000 ਹੁੰਦਾ ਹੈ। ਉਹ ਮੁਲਕ ਈਰਾਨ ਜਿਹਦੇ ਪੱਲੇ ਕੁਝ ਵੀ ਨਹੀਂ, ਸਿਰਫ ਉੱਥੇ ਇੱਕ ਅਹਿਮਦੀ ਨਜ਼ਾਦ ਉਹਨਾਂ ਦਾ ਸਦਰ ਆਇਆ ਸੀ, ਉਹਨੇ ਸਿਰਫ ਇੱਕ ਸੜਕਾਂ ਤੇ ਪੁਲ ਇੰਨੇ ਕੁ ਬਣਾ ਦਿੱਤੇ ਕਿ ਬੇਹੱਦ। ਉਹ ਇੱਕ ਇੰਜੀਨੀਅਰ ਸੀ, ਠੀਕ ਹੈ, ਉਹਨੂੰ ਮੌਕਾ ਮਿਲਿਆ, ਸਦਰ ਬਣਿਆ ਤਾਂ ਉਹਨੇ ਬੜੇ ਜਿਹੇ ਪੁਲ ਬਣਾ ਦਿੱਤੇ। ਤੇ ਅੱਜ ਈਰਾਨ ਕੋਲੋਂ ਦੁਨੀਆ ਡਰੀ ਪਈ ਹੈ, ਕੰਮੀ ਪਈ ਹੈ, ਘਬਰਾਈ ਪਈ ਹੈ। ਕਿਉਂ ਘਬਰਾਈ ਪਈ ਹੈ? ਉਹ ਇਸਰਾਈਲ ਨੇ ਇੱਕ ਛੋਟਾ ਜਿਹਾ ਉਹਨਾਂ ਦਾ ਸਫਾਰਤਖਾਨੇ ਦੇ ਉੱਤੇ ਇੱਕ ਬੰਬ ਮਾਰ ਕੇ ਗਲਤੀ ਕਰ ਬੈਠਾ। ਹੁਣ ਅਮਰੀਕਾ ਨੂੰ ਵੀ ਨੀਂਦ ਨਹੀਂ ਆਉਂਦੀ ਪਈ, ਫਰਾਂਸ ਨੂੰ ਵੀ ਨਹੀਂ ਆਉਂਦੀ ਪਈ, ਯੂਰਪੀਅਨ ਯੂਨੀਅਨ ਜਿਹੜੇ ਨੇ ਇਹਨਾਂ ਨੂੰ ਵੀ ਨਹੀਂ ਆਉਂਦੀ ਹੈ। ਹੁਣ ਖੁਸ਼ ਰੂਸ ਤੇ ਚਾਈਨਾ ਖੁਸ਼ ਨੇ ਕਿ ਇਹਨੇ ਚਲੋ ਈਰਾਨ ਦੇ ਨਾਲ ਪੰਗਾ ਲਿਆ, ਹੁਣ ਇਹਨੂੰ ਪਤਾ ਲੱਗੇਗਾ। ਹੁਣ ਈਰਾਨ ਜਿਹੜਾ ਇੱਕ ਐਸਾ ਮੁਲਕ ਹੈ, ਉਹ ਸਾਡੇ ਵਰਗਾ ਨਹੀਂ ਹੈ। ਉਹ ਇੱਕ ਐਸਾ ਮੁਲਕ ਹੈ ਕਿ ਭਾਵੇਂ ਉਹਦੇ 'ਚ ਗੁਰਬਤ ਹੈ, ਬੇਸ਼ੱਕ ਦੁਨੀਆ ਨਾਲ ਤਜਾਰਤ ਕਰਨ ਤੋਂ ਉਹਦੇ 'ਤੇ ਪਾਬੰਦੀ ਲੱਗੀ ਹੈ, ਐਂਟਰੀ ਦੀ, ਖਾਰਜੀ ਦੀ, ਹਰ ਤਰ੍ਹਾਂ ਦੀ ਪਾਬੰਦੀ ਲੱਗੀ ਹੈ। ਉਹਨੇ ਮਜਬੂਰ ਕਰ ਛੜਿਆ ਜਿਹੜਾ ਨਾ ਝੁਕਣ ਦੇ ਉੱਤੇ। ਹੁਣ ਇਸਰਾਈਲ ਇੰਨਾ ਕੁ ਡਰਿਆ ਪਿਆ, ਅਮਰੀਕਾ ਉਹਦਾ ਪਿਓ, ਆਪਣਾ ਅਮਰੀਕਾ ਨੂੰ ਇਸਰਾਈਲੀ ਪਿਓ ਮੰਨਦੇ ਨੇ, ਸਾਰੇ ਪਿਓ ਮੰਨਦੇ ਨੇ। ਹੁਣ ਤੇ ਮੁਸਲਮਾਨ ਵੀ ਮੰਨੀ ਜਾਂਦੇ ਨੇ, ਮੁਸਲਮਾਨਾਂ ਵੀ ਇੱਕ ਮੁਨਾਫਕਤ ਦਾ ਨਾਰਾ ਲਾਇਆ ਏ, ਮਾਰਨਾ ਕਾਫਰ ਨੂੰ ਏ ਤੇ ਪੈਸੇ ਵੀ ਕਾਫਰ ਕੋਲੋਂ ਹੀ ਲੈਣੇ ਨੇ। ਸਹੀ, ਅਸੀਂ ਮੁਸਲਮਾਨ ਹੁਣ ਅੱਜ ਕੱਲ੍ਹ ਇੰਜਦੇ ਹਾਂ। ਤੇ ਦੋਸਤੋ ਗੱਲ ਕਰਨ ਦਾ ਮਕਸਦ ਇਹ ਵੀ ਮੇਰਾ ਕਿ ਉਹ ਇੱਕ ਬੰਬ ਤੇ ਸੁੱਟ ਬੈਠਾ ਇਸਰਾਈਲ, ਲੇਕਿਨ ਜਿਹੜਾ ਨਾ ਹੁਣ ਉਹਨੂੰ ਜਵਾਬੀ ਕਾਰਵਾਈ ਜਿਹੜੀ ਈਰਾਨ ਨੇ ਕਰਨੀ ਨਾ, ਉਹਦੇ ਲਈ ਉਹ ਇੰਨਾ ਕੁ ਫਿਕਰਮੰਦ ਹੋਇਆ ਪਿਆ। ਰਸ਼ੀਆ ਨੇ ਆਪਣੇ ਸਾਰੇ ਲੋਕਾਂ ਨੂੰ ਉੱਧਰ ਸਫ਼ਰ ਕਰਨਾ ਮਮਨੂ ਕਰ ਦਿੱਤਾ। ਫਰਾਂਸ, ਅਮਰੀਕਾ ਤਰਲੇ ਲੈਣ ਡਿਆ ਈਰਾਨ ਦਾ ਕਿ ਉਹ ਜਵਾਬੀ ਕਾਰਵਾਈ ਨਾ ਕਰੇ। ਔਰ ਅਮਰੀਕਾ ਇੱਥੋਂ ਤੱਕ ਕਹਿਣ ਤੇ ਮਜਬੂਰ ਹੋ ਗਿਆ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਨਫ਼ਰਤ ਜਿਹੜੀ ਨਾ ਯਹੂਦੀਆਂ ਦੇ ਖਿਲਾਫ ਪੈਦਾ ਹੋ ਗਈ ਹੈ। ਔਰ ਮਫਾਹਮਤ ਦਾ ਜਿਹੜਾ ਰਾਸਤਾ ਹੈ ਨਾ, ਉਹ ਇਸਰਾਈਲ ਦੇ ਹੱਕ ਵਿੱਚ ਬੜਾ ਵਧੀਆ ਹੈ। ਤੇ ਅਮਰੀਕਾ ਦਾ ਵਜ਼ੀਰੇ ਖਾਰਜਾ ਹੈ, ਉਹ ਵੀ ਗਿਆ ਇਸਰਾਈਲ ਤੇ ਈਰਾਨ ਦੇ ਨਾਲ ਰਾਬਤੇ ਕਰਨ ਡਿਆ। ਅਮਰੀਕਾ ਜਿਹੜਾ ਚਾਈਨਾ ਨੂੰ ਆਪਣਾ ਦੁਸ਼ਮਣ ਸਮਝਦਾ, ਰਸ਼ੀਆ ਨੂੰ ਆਪਣਾ ਦੁਸ਼ਮਣ ਸਮਝਦਾ, ਉਹਨਾਂ ਦੇ ਤਰਲੇ ਲੈਣ ਡਿਆ ਕਿ ਤੁਸੀਂ ਵਿੱਚ ਆ ਕੇ ਈਰਾਨ ਨੂੰ ਸਮਝਾਓ ਤੇ ਇਹ ਇਸਰਾਈਲ ਦੇ ਉੱਤੇ ਅਟੈਕ ਨਾ ਕਰੇ। ਕਿਉਂਕਿ ਜੇ ਈਰਾਨ ਨੇ ਅਟੈਕ ਕਰ ਦਿੱਤਾ ਇਸਰਾਈਲ ਦੇ ਉੱਤੇ, ਫਿਰ ਕੀ ਹੋਣਾ? ਇਸਰਾਈਲ ਦੀ ਜਿਹੜੀ ਵਾਹ ਹੈ ਉਹ ਨਿਕਲ ਜਾਣੀ ਹੈ, ਅਮਰੀਕੀਆਂ ਦੀ ਜਿਹੜੀ ਵਾਹ ਹੈ ਉਹ ਨਿਕਲ ਜਾਣੀ ਹੈ। ਜਿਹੜਾ ਡਰ ਨਾ ਸਾਡੇ ਵਰਗੇ ਮੁਲਕਾਂ ਨੂੰ, ਇਹ ਡਰ ਮੁੱਕ ਜਾਣਾ। ਤੇ ਇਹ ਸਿਆਣੇ ਆਂਦੇ ਨੇ ਹਮੇਸ਼ਾ ਜਦੋਂ ਕਿਸੇ ਨੂੰ ਹੱਥ ਪਾਓ ਨਾ, ਤੇ ਹੱਥ ਤਗੜਾ ਕਰਕੇ ਪਾਓ ਤਾਂ ਕਿ ਜਿਹੜਾ ਨਾ ਤੁਹਾਨੂੰ ਜਦੋਂ ਜਵਾਬੀ ਵਾਰ ਆਏ ਤੇ ਤੁਸੀਂ ਘਬਰਾਓ ਨਾ, ਤੁਹਾਡੀਆਂ ਲੱਤਾਂ ਕੰਮਣ ਨਾ, ਤੁਸੀਂ ਬਰਦਾਸ਼ਤ ਕਰ ਸਕੋ, ਨਹੀਂ ਤੇ ਪੰਗਾ ਹੀ ਨਾ ਲਓ। ਇਹ ਯਹੂਦੀ ਦੁਨੀਆ ਦੇ ਵਿੱਚ ਨਾ ਇਹਨਾਂ ਨੂੰ ਅਮਰੀਕੀਆਂ ਨੇ, ਯੂਰਪੀਅਨ ਨੇ ਇੰਨਾ ਕੁ ਚੁੱਕ ਛੜਿਆ ਸੀ, ਹਰ ਬੰਦੇ ਨੂੰ ਇਹ ਹੀ ਪਤਾ ਨਹੀਂ ਯਾਰ ਯਹੂਦੀਆਂ ਦੇ ਕੋਲ ਹੈ ਕੀ ਹੈ। ਤੇ ਜਦੋਂ ਆ ਜੰਗ ਲੱਗੀ, 6 ਮਹੀਨੇ ਜੰਗ ਲੱਗੀ, ਤੇ ਨਿਕਲਿਆ ਇਹਨਾਂ ਦਾ ਕੋਈ ਮਾਂ ਦਾ ਸਿਰ ਨਹੀਂ, ਨਿਕਲਿਆ ਇਹਨਾਂ ਕੋਲ ਕੁਝ ਵੀ ਨਹੀਂ, ਤੇ ਹੋਇਆ ਵੀ ਇਹਨਾਂ ਕੋਲ ਕੁਝ ਨਹੀਂ। ਉਹ ਫੌਜ ਇਹਨਾਂ ਦੀ ਕੋਈ 1000 ਫੌਜੀ ਉੱਥੇ ਨਾ ਮਰਵਾ ਲਿਆ ਫਲਸਤੀਨ ਦੇ ਵਿੱਚ, ਠੀਕ ਹੈ। ਉੱਥੇ ਦੁਨੀਆ ਦੀ ਟੈਕਨੋਲੋਜੀ ਇਹਨਾਂ ਇਸਤੇਮਾਲ ਕਰ ਲਈ, ਲੇਕਿਨ ਵਿਚਾਰਿਆਂ ਕੋ ਹੋਇਆ ਕੁਝ ਨਹੀਂ। ਹੁਣ ਈਰਾਨ ਨੇ ਜਵਾਬੀ ਕਾਰਵਾਈ ਕਰਨੀ, ਹੁਣ ਘਬਰਾਏ ਪਏ ਨੇ। ਜੇ ਈਰਾਨ ਨੇ ਕਰ ਦਿੱਤਾ ਹਮਲਾ, ਮਕਸਦ ਸਿਰਫ ਈਰਾਨ ਦਾ ਹਮਲਾ ਕਰਨਾ ਨਹੀਂ ਹੈ। ਤੁਹਾਨੂੰ ਸ਼ਾਇਦ ਪਤਾ ਹੈਗਾ ਈਰਾਨ ਦੇ ਨਾਲ ਯਮਨੀ ਵੀ ਨੇ, ਯਮਨ ਵਾਲੇ ਵੀ ਨੇ, ਲਬਨਾਨੀ ਵੀ ਨੇ, ਸ਼ਾਮੀ ਵੀ ਨੇ, ਠੀਕ ਹੈ। ਉਹ ਇੱਕ ਪੂਰਾ ਜਿਹੜਾ ਖਿਤਾ ਹੈ ਨਾ, ਉਹਦੇ ਉੱਤੇ ਹੁਕਮਰਾਨੀ ਕਰਦਾ ਪਿਆ ਈਰਾਨ, ਜਿਹਦੇ ਆਪਣੇ ਪੱਲੇ ਕੁਛ ਨਹੀਂ ਹੈ। ਲੇਕਿਨ ਵੇਖ ਲਓ, ਦੁਨੀਆ ਉਹਨੇ ਡਰਾ ਦਿੱਤੀ ਹੈ। ਇਸਰਾਈਲ ਦੀ ਜੰਗ ਸ਼ੁਰੂ ਹੋਈ, ਉਹਨੂੰ ਇਹ ਇੱਕ ਛੋਟਾ ਜਿਹਾ ਫਲਸਤੀਨ ਹੈ, ਐਵੇਂ ਖਾਈ ਨਾ, ਉਹਨੂੰ ਪਤਾ ਹੀ ਨਹੀਂ ਸੀ ਯਮਨੀਆਂ ਵੀ ਸਾਡੇ ਤੇ ਹਮਲੇ ਕਰਨੇ ਨੇ, ਲਬਨਾਨੀਆਂ ਵੀ ਕਰਨੇ ਨੇ, ਹਿਜ਼ਬੁੱਲਾ ਨੇ ਵੀ ਮੇਰੇ ਤੇ ਹਮਲੇ ਕਰਨੇ ਨੇ, ਸ਼ਾਮੀਆਂ ਨੇ ਵੀ ਕਰਨੇ ਨੇ। ਉਹ ਸੱਜਿਓਂ ਖੱਬਿਓਂ ਜਦੋਂ ਉਹਦੇ ਤੇ ਹਮਲੇ ਹੋਣ ਲੱਗੇ, ਉਹਦੀ ਫੇਰ ਅਕਲ ਜਿਹੜੀ ਟਿਕਾਣੇ ਆਈ ਕਿ ਮੈਂ ਸੋਚਿਆ ਕੀ ਸੀ, ਮੇਰੇ ਨਾਲ ਹੋਣ ਕੀ ਡਿਆ। ਪਹਿਲਾਂ ਤੇ ਬੜੇ ਅਮਰੀਕੀ ਉੱਥੇ ਬੰਬ ਲੈ ਕੇ ਜਾਂਦੇ ਰਹੇ, ਠੀਕ ਹੈ। ਹੁਣ ਉੱਥੇ ਜਿਹੜਾ ਨਾ ਖਾਣ ਪੀਣ ਦਾ ਸਮਾਨ ਲੈ ਕੇ ਜਾਂਦੇ ਨੇ ਕਿ ਸਾਡੀ ਜਾਨ ਤੇ ਛੱਡ ਦਵੋ, ਅਸੀਂ ਫਸ ਕੇ ਗਲਤੀ ਤੇ ਕਰ ਬੈਠੇ ਆ, ਲੇਕਿਨ ਮਾਫੀ ਦੇ ਦਿਓ। ਹੁਣ ਈਰਾਨ ਕਿੱਥੋਂ ਮਾਫੀ ਦੇਵੇ? ਮਾਫੀ ਤੈਨੂੰ ਬੜੀ ਔਖੀ ਮਿਲਦੀ ਹੈ ਨਾ।